देखो, ਗੱਲਾਂ ਸਾਫ਼ ਨੇ। ਸਭ ਤੋਂ 100 ਸਾਲਾਂ ਤੇ ਸਾਡੇ ਜਥੇਦਾਰ ਸਾਹਿਬ ਜਿਹੜੇ ਮਾਣਯੋਗ ਨੇ, ਸਤਿਕਾਰਯੋਗ ਨੇ, ਫਿਰ ਮੇਰੇ ਮਗਰ ਪੈ ਜਾਂਦੇ ਆ। ਪੋਪ ਨੇ, ਜਥੇਦਾਰ ਨੇ ਸਾਡੇ, ਉਹਨਾਂ ਦਾ ਹਰ ਗੱਲ ਜਿਹੜੀ ਮੈਂ ਕਹਿ ਰਿਹਾ ਉਹ ਮਾਣ ਤੇ ਸਤਿਕਾਰ ਨਾਲ ਕਹਿ ਰਹੇ ਹਾਂ। ਤੇ ਹੁਣ ਮੈਨੂੰ ਇਹ ਦੱਸੋ, ਇੱਕ ਪਾਸੇ ਸਟੇਜ 100 ਸਾਲਾਂ ਤੇ ਲੱਗੀ ਸੀ SGPC ਦੀ, ਜਿੱਥੇ ਜਥੇਦਾਰ ਸਾਹਿਬ ਬਿਰਾਜਮਾਨ ਸੀ। ਦੂਜੇ ਪਾਸੇ ਕੌਣ ਬਿਰਾਜਮਾਨ ਸੀ? ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ। ਤੇ ਅੱਜ ਤੱਕ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ 6 ਮਹੀਨੇ ਜਾਂ 4 ਮਹੀਨੇ ਪਹਿਲਾਂ ਜਿਹੜੇ 9 ਮਾਸ ਦਾ ਰਿਸ਼ਤਾ, ਜਿਹੜੇ ਅੱਜ ਤੱਕ ਬਿਲਕੁਲ ਐਂ ਰਹੇ ਆ ਜਿਵੇਂ ਫਸਿਆ ਹੋਇਆ ਨਾ ਇੱਕ ਦੂਜੇ ਨਾਲ ਹੱਥ, ਉਵੇਂ ਅਕਾਲੀ ਦਲ ਤੇ BJP ਦਾ ਰਿਹਾ। ਹੁਣ ਜਥੇਦਾਰ ਸਾਹਿਬ ਆਪ ਤਾਂ ਇੰਜੀਨੀਅਰ ਹੈ ਨਹੀਂਗੇ, ਆਪ ਤਾਂ ਉਹਨਾਂ ਨੇ ਕੋਈ ਡੈਮੋ ਦੇਖਿਆ ਨਹੀਂ ਜਾਂ ਕੀਤਾ ਨਹੀਂ ਗਾ EVM ਦਾ। ਇਹ ਗੱਲ ਉਹਨਾਂ ਨੂੰ ਕਿਹਨੇ ਦੱਸੀ? ਅਸੀਂ ਵੀ ਇਹੀ ਕਹਿ ਰਹੇ ਹਾਂ ਨਾ, ਪਾਰਟੀ ਕਾਂਗਰਸ ਵੀ ਹਮੇਸ਼ਾ ਵੀ EVM 'ਚ ਜਿਹੜੀ ਆ ਉਹ ਗੜਬੜ ਆ। ਪਰ ਇਹ ਗੱਲ ਹੁਣ ਸਪਸ਼ਟ ਕਿਵੇਂ ਹੋਈ? ਕਿਉਂਕਿ ਜਿਹੜੇ ਸਭ ਤੋਂ ਵੱਡੇ ਇੰਜੀਨੀਅਰ ਸੁਖਬੀਰ ਸਿੰਘ ਬਾਦਲ ਤੇ ਛੋਟੇ ਇੰਜੀਨੀਅਰ ਮਜੀਠੀਆ ਸਾਹਿਬ, ਜਿਹੜੇ ਨਾਲ ਰਲ ਕੇ ਇਲੈਕਸ਼ਨਾਂ ਲੁੱਟਦੇ ਸੀ ਪਹਿਲਾਂ 6 ਮਹੀਨੇ ਪਹਿਲਾਂ, ਉਹ ਪੰਜਾਬ ਦੀਆਂ, ਚਾਹੇ ਉਹ ਪਾਰਲੀਮੈਂਟ ਦੀਆਂ 14 ਦੀਆਂ, 19 ਦੀਆਂ, ਚਾਹੇ ਜਲਾਲਾਬਾਦ ਦੀਆਂ ਇਲੈਕਸ਼ਨਾਂ, ਚਾਹੇ ਸਾਰੀਆਂ ਇਲੈਕਸ਼ਨਾਂ ਅੱਜ ਤੱਕ ਤਾਂ BJP ਤੇ ਇਕੱਠੇ ਹੀ ਲੜਦੇ ਰਹੇ ਅਕਾਲੀ ਦਲ। ਤੇ ਇਹ ਗੱਲ 100% ਹੁਣ ਦੇਖਿਆ ਵੀ ਜਿਹੜਾ ਰਿਮੋਟ ਸਾਡੇ ਹੱਥ 'ਚ ਸੀਗਾ EVM ਦਾ, ਹੁਣ ਜਿੱਦਣ ਦਾ ਅਸੀਂ ਸਮਝੌਤਾ ਤੋੜ ਲਿਆ, ਉਹ ਰਿਮੋਟ ਤਾਂ ਭਾਈ ਸਾਤੋਂ ਵਾਪਸ ਹੋ ਗਿਆ, ਮੋਦੀ ਸਾਹਿਬ ਕੋਲ ਚਲਾ ਗਿਆ, ਅਮਿਤ ਸ਼ਾਹ ਜੀ, ਨੱਡਾ ਸਾਹਿਬ ਕੋਲ ਚਲਾ ਗਿਆ। ਹੁਣ ਇਹ ਗੱਲ ਉਹਨਾਂ ਨੇ ਜਥੇਦਾਰ ਤੋਂ ਕਹਾਈ, ਜਿਹੜੇ ਜਥੇਦਾਰ ਸਾਹਿਬ ਬਾਦਲ ਸਾਹਿਬ ਦੀ ਜੇਬ ਦੀ ਪਰਚੀ 'ਚੋਂ ਨਿਕਲੇ ਹੋਏ ਆ। ਤੇ ਹੁਣ ਅਗਲੀ ਪ੍ਰੈਸ ਕਾਨਫਰੰਸ 'ਚ ਇਹ ਗਿਆਨ ਜ਼ਰੂਰ ਦੇ ਦੇਣ ਜਥੇਦਾਰ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਜੀ ਇੰਜੀਨੀਅਰ ਸਾਹਿਬ ਨੂੰ ਪੁੱਛ ਕੇ ਵੀ EVM 'ਚ ਗੜਬੜ ਕਿਵੇਂ ਹੁੰਦੀ ਆ। ਇੱਕ ਪ੍ਰੈਸ ਕਾਨਫਰੰਸ ਇਹ 'ਤੇ ਕਰ ਦੇਣ, ਕਿਉਂਕਿ ਉਹ ਤਾਂ ਉਹਨਾਂ ਨੇ ਸਪਸ਼ਟ ਕਹਿ ਦਿੱਤਾ EVM ਦੀ ਗੜਬੜ। ਤੇ ਜੇ EVM 'ਚ ਗੜਬੜ ਉਹਨਾਂ ਨੇ ਇਹ ਗੱਲ ਮੰਨੀ ਆ, ਤੇ ਇਹਦਾ ਮਤਲਬ ਅੱਜ ਤੱਕ ਬਾਦਲ ਸਾਹਿਬ ਤੇ ਜਿਹੜੀ ਵੀ ਇਲੈਕਸ਼ਨ BJP ਜਿੱਤਦੀ ਰਹੀ ਆ, ਚਾਹੇ ਪੰਜਾਬ ਦੀ ਵਿਧਾਨ ਸਭਾ, ਚਾਹੇ ਪਾਰਲੀਮੈਂਟ, ਚਾਹੇ ਬਾਹਰ ਹੋਵੇ, ਉਹ ਫਿਰ EVM ਰਾਹੀਂ ਜਿੱਤਦੀ ਰਹੀ। ਤੇ ਗੱਲ ਸਪਸ਼ਟ ਹੋ ਗਈ ਨਾ। ਇਹ ਤਾਂ ਆਪ ਜਥੇਦਾਰ ਜਿਹੜੇ ਆ ਉਹਨਾਂ ਦੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕਹਿਣ ਦੇ ਮੂਹਰੇ ਇਹ ਗੱਲ ਕਹੀ ਆ। ਜਾਂ ਸੁਖਬੀਰ ਸਿੰਘ ਬਾਦਲ ਇਸ ਨੂੰ ਕੰਡੈਮ ਕਰਨ, ਜਾਂ ਉਹ ਇਸ ਗੱਲ ਨੂੰ ਕਹਿਣ ਵੀ ਜਥੇਦਾਰ ਗਲਤ ਗੱਲ ਕਹਿ ਰਹੇ ਆ, ਤੇ ਜਾਂ ਉਹ ਕਹਿਣ ਵੀ ਸਹੀ ਕਹਿ ਰਹੇ ਆ। ਤਾਂ ਕਹਿਣਾ ਪੈਣਾ। ਕਿਉਂਕਿ ਜੇ ਉਹਨਾਂ ਨੇ BJP ਨੂੰ ਕਿਹਾ ਨਾ ਵੀ ਇਲੈਕਸ਼ਨ ਅੱਜ ਉਹੀ ਰਹਿ ਰਹੇ ਆ ਤੇ ਅੱਗੇ ਵੀ ਰਹਿਣਗੇ, ਤੇ 6 ਮਹੀਨੇ ਪਹਿਲਾਂ ਇਹ ਨਾਲ ਸੀ ਬੀਬੀ ਹਰਸਿਮਰਤ ਕੌਰ ਤੇ ਕੈਬਨਿਟ ਦੇ ਮੇਨ ਮੰਤਰੀ ਆ, ਤੇ ਦੂਜਾ ਰਿਮੋਟ ਇਹਨਾਂ ਦੇ ਹੱਥ ਸੀ। ਇਹ ਤਾਂ ਫਸ ਗਏ ਹੁਣ ਇਸ ਗੱਲ ਤੇ। ਇਹਦਾ ਜਵਾਬ ਦੇਣਾ ਔਖਾ ਹੋਊਗਾ ਇਹਨਾਂ ਨੂੰ ਵੀ ਅੱਜ ਤੱਕ ਤੁਸੀਂ ਭਾਈਵਾਲ ਸੀ ਤੇ EVMਾਂ ਨਾਲ ਕਿਵੇਂ ਇਲੈਕਸ਼ਨਾਂ ਲੁੱਟਦੇ ਸੀ, ਉਹਦੀ ਜਾਣਕਾਰੀ ਤੁਹਾਨੂੰ ਦੇਣੀ ਪਊਗੀ। लेकिन सर जत्थेदार द्वारा ऐसे बयान देना क्या सही लगा पंजाबी? ਗੱਲ ਸੁਣੋ, ਜਦੋਂ ਹੁਣ 100 ਸਾਲ ਪਵਿੱਤਰ ਦਿਹਾੜਾ, ਕਿਸਾਨ ਅਲੱਗ ਹੋ ਚੁੱਕਿਆ ਅਕਾਲੀ ਦਲ ਤੋਂ, BJP ਅਲੱਗ ਹੋ ਚੁੱਕੀ ਆ, ਵੋਟ ਕੋਈ ਪੱਲੇ ਨਹੀਂ ਰਹੀ, ਤੇ ਹੁਣ ਆਖਰੀ ਹਥਿਆਰ ਇਹਨਾਂ ਕੋਲ ਜਿਹੜਾ ਇਹ ਕਿਹਾ ਹੋਣਾ ਵੀ ਪਰਚੀ ਭਾਈ ਬਦਲ ਦਾਂਗੇ ਨਹੀਂ। ਤੇ ਜਥੇਦਾਰ ਸਾਹਿਬ ਨੇ ਐਨ ਕਲੀਨ ਚਿੱਟ, ਜਦੋਂ ਮੈਂ ਇਹ ਗੱਲ ਕਹਿੰਦਾ ਸੀ ਨਾ, ਬੜੇ ਤੜਫਦੇ ਸੀ ਲੋਕ। ਮੈਂ ਇਹਨਾਂ ਨੂੰ ਇਹ ਕਹਿੰਦਾ ਸੀ ਵੀ ਇਹ ਬਾਦਲ ਸਾਹਿਬ ਦੀ ਜੇਬ 'ਚੋਂ ਨਿਕਲੇ ਹੋਏ ਨੇ, ਉਹੀ ਇਸ਼ਾਰੇ ਤੇ ਇਹਨਾਂ ਨੇ ਕਰਨਾ। ਉਦੋਂ ਮੈਨੂੰ ਨਹੀਂ ਜੀ ਨਹੀਂ ਬਿੱਟੂ ਐਂ ਕਹਿੰਦਾ। ਉਹ ਭਾਈ ਮਾਣ, ਸਤਿਕਾਰ, ਇੱਜ਼ਤ ਅਕਾਲ ਤਖਤ ਸਾਹਿਬ ਦੀ ਆ, ਉਹ ਤਾਕਤ ਆ, ਬੰਦਾ ਨਹੀਂ ਕੋਈ ਤਾਕਤ। ਬੰਦੇ ਤਾਂ ਕੁਰਸੀਆਂ ਤੇ ਆਉਣੇ ਆ, ਜਾਣੇ ਆ, ਬਹਿਣੇ ਆ, ਉਹ ਤਾਂ ਬਾਦਲ ਸਾਹਿਬ ਦੀ ਜੇਬ 'ਚੋਂ ਨਿਕਲੇ ਹੋਏ ਆ। ਤੇ ਅੱਜ ਤੱਕ ਇਹੀ ਇਲੈਕਸ਼ਨਾਂ SGPC ਦੀਆਂ ਜਿੰਨੀਆਂ ਵੀ ਜਿੱਤੀਆਂ ਏ, ਉਹ ਬਾਦਲ ਨੇ ਫਿਰ BJP ਹੁਣਾਂ ਦੇ ਨਾਲ EVMਾਂ 'ਚ ਰਲ ਕੇ ਜਿੱਤੀਆਂ ਏ। ਜੇ EVM ਦਾ ਕੰਟਰੋਲ ਮੋਦੀ ਸਾਹਿਬ ਕੋਲ ਆ ਤੇ ਤੁਸੀਂ ਉਹਨਾਂ ਦੇ ਸਭ ਤੋਂ ਵੱਡੇ ਅਲਾਇੰਸ ਪਾਰਟਨਰ ਸੀ, ਫਿਰ ਤੁਸੀਂ ਆਹੀ ਕੁਛ ਕਰਦੇ ਰਹੇ ਹੋ। ਜਥੇਦਾਰ ਦੇ ਮੂੰਹ 'ਚੋਂ ਸੱਚ ਨਿਕਲ ਗਿਆ। ਪਰ ਜਥੇਦਾਰ ਸਾਹਿਬ ਤਾਂ ਉਹੀ ਕਹਿਣਗੇ ਜੋ ਬਾਦਲ ਸਾਹਿਬ ਤੇ ਬਾਦਲ ਸਾਹਿਬ ਦਾ ਪਰਿਵਾਰ ਕਹੇਗਾ। ਕੱਲ ਤੁਸੀਂ ਇਹ ਗੱਲ ਮੈਂ ਉਦੋਂ ਕਹਿੰਦਾ ਸੀ ਨਹੀਂ ਜੀ ਜਥੇਦਾਰ ਸਾਹਿਬ ਤਾਂ ਬਹੁਤ ਅਲੱਗ ਨੇ, ਇਹ ਜਥੇਦਾਰ ਸਾਹਿਬ ਤਾਂ ਬੜੀ ਵੱਡੀ ਕੌਮ ਦੀ ਗੱਲ ਕਰਦੇ ਆ। ਤੇ ਕੱਲ ਫਿਰ ਕੀ ਹੋ ਗਿਆ? ਜਦੋਂ ਸਾਡੇ ਸਰੂਪ ਮਹਾਰਾਜ ਸਰੂਪ ਸਾਹਿਬ ਦੀ ਜਦੋਂ ਗੱਲ ਆਈ, ਤੇ ਕੱਲ ਸਰਟੀਫਿਕੇਟ ਕਲੀਨ ਚਿੱਟ ਜਿਵੇਂ ਦਿੱਤਾ ਸੀ ਬਾਬੇ ਸਿਰਸੇ ਵਾਲੇ ਨੂੰ, ਉਵੇਂ ਕਲੀਨ ਚਿੱਟ ਕੱਲ ਬਾਦਲਾਂ ਨੂੰ ਦੇਤੀ ਵੀ ਭਾਈ ਇਹਨਾਂ ਨੇ ਤਾਂ ਮੰਨਣਾ ਹੀ ਨਹੀਂ। ਇਹ ਤਾਂ ਕਹਿਣਗੇ ਵੀ ਆ ਬਾਦਲ ਉਦੋਂ ਇਹ ਲੋਕ ਮੰਨਣਗੇ ਜਦੋਂ ਮੈਂ ਕਹਿ ਦਈਏ ਵੀ ਨਾਗਪੁਰ ਨੇ ਜਿਹੜੇ ਉਹ ਸਰੂਪ ਗਏ ਨੇ। ਕੌਣ ਕਹਿੰਦਾ ਜੀ ਇਹ ਕਹਿਣ ਨੂੰ? ਪਰ ਤੁਸੀਂ ਕੱਲ ਕਲੀਅਰ ਚਿੱਟ ਜਿਹੜੇ ਬਾਦਲਾਂ ਨੂੰ ਸਾਰੇ ਪਾਸਿਆਂ ਨੂੰ ਉਹਨਾਂ ਨੂੰ ਨਾਲ ਬਿਠਾ ਕੇ, ਸਾਰੇ ਪਰਿਵਾਰ ਨੂੰ ਕੁਨਵੇ ਨੂੰ ਬਿਠਾ ਕੇ, ਕੋਈ ਉੱਥੇ ਬੁੱਧੀਜੀਵੀ ਨਹੀਂ, ਕੋਈ ਉੱਥੇ ਹੋਰ ਜਿਹੜਾ ਸਿੱਖਾਂ ਦੀ
ਸੰਸਥਾਵਾਂ ਨੂੰ ਦੇਣ, ਕੋਈ ਨਹੀਂ। ਸਿਰਫ ਉੱਥੇ ਬਾਦਲ ਸਾਹਿਬ ਬੋਲ ਰਹੇ ਨੇ, ਲੌਂਗੋਵਾਲ ਸਾਹਿਬ ਬੋਲ ਰਹੇ ਨੇ ਤੇ ਜਥੇਦਾਰ ਸਾਹਿਬ ਬੋਲ ਰਹੇ ਨੇ ਇੱਕ ਦੂਜੇ ਦੇ। ਕੱਲ ਉਹਨਾਂ ਨੇ ਕਲੀਨ ਚਿੱਟ ਦੇ ਕੇ ਸਾਬਤ ਕਰਤਾ ਵੀ ਇਹ ਵੀ ਜਥੇਦਾਰ ਉਹਨਾਂ ਦੀ ਜੇਬ ਚੋਂ ਨਿਕਲਿਆ, ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹ ਸੱਚ ਹੋ ਗਈ। वहीं अकाल तख्त साहिब द्वारा जिस तरीके से बयान दिया गया है कि सुखबीर सिंह बादल बेटा है और जो हरसिमरत कौर बादल है वो बेटी है, अच्छा, इसको कैसे देखते हो आप? ਦੇਖੋ, ਜਦੋਂ ਮੈਂ ਤੁਹਾਨੂੰ ਕਿਹਾ ਨਾ ਵੀ ਸਾਰੇ ਹਥਿਆਰ ਫੇਲ ਹੋ ਜਾਣ, ਕੋਈ ਵੀ ਤਰੀਕਾ ਬਚੇ ਨਾ, ਭੱਜਣ ਦਾ ਰਾਹ ਨਾ ਕੋਈ ਲੱਭੇ, ਫਿਰ ਅਖੀਰ ਇਹ ਹਥਿਆਰ ਵੀ ਜਿੱਦਣ ਐਸਜੀਪੀਸੀ ਦੀਆਂ ਚੋਣਾਂ ਹੋ ਗਈਆਂ ਨੇ, ਇਹ ਹਥਿਆਰ ਵੀ ਚਲੇ ਜਾਣਾ। ਪਰ ਐਸਜੀਪੀਸੀ ਉਹਨਾਂ ਕੋਲ ਆਖਰੀ ਹਥਿਆਰ ਹੁੰਦਾ ਜਿੱਦਣ ਫਿਰ ਉਹ ਕੱਢਦੇ ਆ, ਜਿਵੇਂ ਬ੍ਰਹਮਾਸਤਰ ਹੁੰਦਾ ਨਾ, ਉਵੇਂ ਉਹ ਫਿਰ ਇਹ ਹਥਿਆਰ ਨੂੰ ਵਰਤਦੇ ਆ। ਪਰ ਹੁਣ ਲੋਕ ਇਸ ਗੱਲ 'ਚ ਨਹੀਂ ਆਉਣੇ, ਲੋਕ ਬਹੁਤ ਅੱਗੇ ਨਿਕਲ ਚੁੱਕੇ ਆ। ਤੇ ਅੱਜ ਜਿਹੜਾ ਇਹ ਬਿਆਨ ਬੇਟਾ ਬੇਟੀ ਕਹਾ ਕੇ, ਤੇ ਬੇਟਾ ਬੇਟੀ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਤੀ, ਉਹ ਨੇ ਜਿਨ੍ਹਾਂ ਨੇ ਸਿੱਖ ਧਾਰਮਿਕ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਲਈ ਬੈਠੇ ਗੋਲੀਆਂ ਮਾਰ ਕੇ ਮਰਾਤੇ, ਚਿੱਟੇ ਨੂੰ ਬੱਚੇ ਲਾਤੇ। ਕਿਸਾਨਾਂ ਦੇ ਹੱਕ 'ਚ ਜਿਹੜਾ ਉਰੇ ਮਿਨਿਸਟਰੀ ਸੀ, ਉਦੋਂ ਜਦੋਂ ਆਰਡੀਨੈਂਸ ਪਾਸ ਹੋਏ, ਬਿੱਲ ਪਾਸ ਹੋ ਰਿਹਾ ਸੀ, ਬੋਲੇ ਕੋਈ ਨਹੀਂ। ਜੇ ਇਹੋ ਜਿਹੇ ਬੇਟਾ ਬੇਟੀ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਹੋਏ, ਉਹਨਾਂ ਨੂੰ ਚੜ੍ਹਦੇ ਕਲਾ 'ਚ ਰੱਖੇ, ਸਰਮੱਤ ਬਖਸ਼ੇ। ਗੱਲ ਤਾਂ ਇੰਨੀ ਉਹ ਕਹਿ ਸਕਦੇ ਹਾਂ। ਹੋਰ ਆਪਾਂ ਹੁਣ ਉਸ ਸਟੇਜ ਤੋਂ, ਪਰ ਦੁੱਖ ਇਹ ਆ ਵੀ ਜਿਨ੍ਹਾਂ ਨੂੰ ਬੇਟਾ ਬੇਟੀ ਉਹਨਾਂ ਨੇ ਬਣਾਇਆ, ਉਹ ਪੰਜਾਬ ਦੇ ਬੇਟਾ ਬੇਟੀ ਬਣੇ ਨਹੀਂ। ਕਿਤੇ ਨਾ ਕਿਤੇ ਜੋ ਰੋਲ ਅਦਾ ਕਰਨਾ ਚਾਹੀਦਾ ਸੀ, ਹੁਣ ਮੈਂ ਇਦੋਂ ਗੱਲ, ਕਿਉਂਕਿ ਪਰਸਨਲ ਇਦੋਂ ਵੱਧ ਮੈਂ ਹੁਣ ਕੀ ਕਹਿ ਸਕਦਾ ਏ, ਪਰ ਉਹ ਉਹਨਾਂ ਦੀ ਮਰਜ਼ੀ ਆ, ਉਹਨਾਂ ਦੇ ਹੱਥ 'ਚ ਆ। ਤੁਹਾਨੂੰ ਜਿਵੇਂ ਦੱਸਿਆ, ਉਹਨਾਂ ਦੀ ਜੇਬ 'ਚੋਂ ਨਿਕਲਦੇ ਆ, ਉਹ ਜਿਹਨੂੰ ਮਰਜ਼ੀ ਬੇਟਾ ਅਡੋਪਟਡ ਸਨ ਬਣਾ ਲੈਣ, ਜਿਹਨੂੰ ਮਰਜ਼ੀ ਬੇਦਖਲ ਕਰ ਦੇਣ, ਜਿਹਨੂੰ ਮਰਜ਼ੀ ਜਿਹੜਾ ਏ ਉਹ ਬੇਟੀ ਬਣਾ ਲੈਣ। ਉਹ ਤਾਂ ਉਹਨਾਂ ਦੇ ਹੱਥ ਆ ਸਾਰਾ ਕੁਛ ਹੀ। ਉਹ ਕਿਉਂਕਿ ਪਾਰਟੀ ਆ ਜਿਹੜੀ, ਉਹ ਵੀ ਬਾਦਲ ਸਾਹਿਬ ਦੇ ਨਾਂ ਤੋਂ ਆ, ਤੇ ਉੱਥੇ ਤਾਂ ਹੋਰ ਕੁਛ ਹੈ ਹੀ ਨਹੀਂ, ਸਾਰੇ बेटा बेटी होने। सर, जिस तरीके से 26 तारीख को किसान दिल्ली में प्रदर्शन करने की बात कर रहे थे, लेकिन दिल्ली पुलिस ने परमिशन नहीं दी। देखो, यही तो मंदभागी गल आ। जे उन्होंने परमिशन दे देंदे की तकलीफ सी जी? बाकी रामलीला सारे बहिंदे आ, किन्ने धरने लगदे आ, उन्होंने आउण दिंदे की 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 घट चलिया सी तुहाडा? तुसीं कहंदे हो करोना करोना, ते वो सड़कां ते बैठे ने 3 महीने हो गए। ਤੇ ਕਰੋਨਾ ਉਹਨਾਂ ਨੂੰ ਕੀ ਕਹਿ ਲਓ, ਜਦੋਂ ਸਾਡੇ ਤਾਂ ਪੀੜ੍ਹੀਆਂ ਦੀ ਜ਼ਮੀਨ ਆ ਜਿਹੜੀ ਤੁਸੀਂ ਸਾਤੋਂ ਉਹ ਲੁੱਟ ਕੇ ਲੈ ਚੱਲੇ। ਆਪਣੇ ਅਲੀਸ਼ਾਨ ਦਫ਼ਤਰ ਨੇ ਜਿਹੜੇ, ਉਹ 11 ਤੁਹਾਡੇ ਜ਼ਿਲ੍ਹਿਆਂ 'ਚ ਬਣ ਰਹੇ ਨੇ, ਉਹ ਇਹੀ ਕਿਸਾਨਾਂ ਦੇ ਸੌਦੇ ਕਰਕੇ ਬਣ ਰਹੇ ਨੇ। ਇਹ ਬੜੀਆਂ ਕੰਪਨੀਆਂ ਤੁਹਾਨੂੰ ਪੈਸੇ, ਜਿਹੜੇ ਤੁਸੀਂ ਸ਼ੀਸ਼ ਮਹਿਲ ਵਰਗੇ ਜਿਹੜੇ ਦਫ਼ਤਰ ਖੜੇ ਕਰ ਰਹੇ ਹੋ, ਇਹ ਇਹਨਾਂ ਦਾ ਸੌਦਾ ਕਰਕੇ ਕਿਸਾਨਾਂ ਦਾ ਖੜਾ ਕਰ ਰਹੇ ਹੋ। ਹੋਰ ਤੁਹਾਡੇ ਕਿੱਥੋਂ ਆ ਗਏ ਪੈਸੇ? ਹੋਰ ਪਾਰਟੀਆਂ ਨੇ ਦਫ਼ਤਰ ਨਾ ਬਣਾ ਲਏ ਕਿਸੇ ਨੇ। ਤੇ 26-27 ਨੂੰ ਤੁਹਾਡੇ ਚੈਨਲ ਰਾਹੀਂ ਮੇਰੀ ਬੇਨਤੀ ਆ, ਹੱਥ ਜੋੜ ਕੇ, ਇਹ ਰੋਜ਼ ਮੌਕਾ ਨਹੀਂ ਮਿਲਦਾ, ਰੋਜ਼ ਇਹ ਸਮਾਂ ਨਹੀਂ ਆਉਂਦਾ। ਰੱਬ ਦੇ ਵਾਸਤੇ ਸਭ ਪਾਰਟੀਬਾਜ਼ੀਆਂ ਛੱਡ ਕੇ ਅਕਾਲੀ ਦਲ ਨੂੰ ਭੁੱਲ ਜਾਓ, ਕਾਂਗਰਸ ਨੂੰ ਭੁੱਲ ਜਾਓ, ਬੀਜੇਪੀ ਨੂੰ ਭੁੱਲ ਜਾਓ, ਆਮ ਆਦਮੀ ਨੂੰ ਭੁੱਲ ਜਾਓ, ਸਭ ਇਕੱਠੇ ਹੋ ਕੇ ਕਿਸਾਨਾਂ ਨੂੰ ਅੱਗੇ, ਸਟੇਜ ਉਹਨਾਂ ਕੋਲ ਹੋਏਗੀ, ਮਾਈਕ ਉਹਨਾਂ ਦੇ ਹੱਥ ਹੋਏਗਾ, ਆਪਾਂ ਪਾਰਟੀਆਂ ਵਾਲੇ ਸਭ ਤੋਂ ਪਿੱਛੇ ਉੱਥੇ ਬੈਠੋ ਤੇ ਤਿਰੰਗਾ, ਦੇਸ਼ ਦਾ ਝੰਡਾ ਜਾਂ ਕਿਸਾਨਾਂ ਦਾ ਝੰਡਾ ਜਾਂ ਸਭ ਤੋਂ ਵੱਡਾ ਖਾਲਸੇ ਦਾ ਝੰਡਾ, ਹੋਰ ਕੋਈ ਝੰਡਾ ਉੱਥੇ ਲਿਜਾਣ ਦੀ ਲੋੜ ਨਹੀਂ। ਪਰ ਮੇਰੀ ਬੇਨਤੀ ਆ, ਮੇਰੇ ਲੁਧਿਆਣੇ ਦੇ ਸਾਰੇ ਹੀ ਆਪਣੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ, ਬਲਾਕ ਸਮਤੀਆਂ ਦੇ ਚੇਅਰਮੈਨ, ਬਲਾਕ ਸਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ, ਮੈਂਬਰ ਸਮਾਨ, ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਸਾਰੀਆਂ ਸਾਡੀਆਂ ਯੂਨਿਟਾਂ, ਆਹ 2-3 ਦਿਨ ਨੇ ਲੱਗ ਜਾਓ। ਜਿਹੜਾ ਕੋਈ ਚਿੱਟੇ ਵਾਲਾ ਉਹਨੂੰ ਪਰੇ ਕਰੋ, ਗੈਂਗਸਟਰ ਆ ਉਹਨੂੰ ਪਰੇ ਕਰੋ, ਗੰਦਾ ਬੰਦਾ ਪਰੇ ਕਰੋ, ਪਰ ਸਾਰੇ ਇਕੱਠੇ ਬਹਿ ਜਾਓ। ਅਕਾਲੀ ਦਲ, ਕਾਂਗਰਸ ਵਾਲੇ, ਇਹ ਪੱਗ ਚਿੱਟੀ ਤੇ ਨੀਲੀ ਪੱਗ, ਉਹ ਕਿਸਾਨ ਯੂਨੀਅਨ ਦਾ ਝੰਡਾ, ਜਦੋਂ ਤੁਸੀਂ ਇਕੱਠੇ ਲੈ ਕੇ ਨਿਕਲੋਗੇ ਨਾ, ਪ੍ਰਬੰਧ ਕਰ ਲਓ ਅੱਜ ਹੀ ਫੌਜ ਵਾਂਗੂ ਵੀ ਲੰਗਰ ਕਿਹਨੇ ਲੈ ਕੇ ਜਾਣਾ, ਪਾਣੀ ਕਿਹਨੇ ਲੈ ਕੇ ਜਾਣਾ, ਗੱਡੀਆਂ 'ਚ ਤੇਲ ਕਿਹਨੇ ਭਰਾਉਣਾ। ਨਹੀਂ ਗੱਡੀਆਂ, ਬੰਨੋ ਬੰਨੀ ਹੋ ਜਾਓ, ਬੱਟੋ ਬੱਟੀ ਹੋ ਜਾਓ, ਖੇਤੋਂ ਖੇਤ ਹੋ ਜਾਓ। ਜਿੱਥੇ ਪੁਲਿਸ ਰੋਕੇਗੀ ਉੱਥੇ ਹੀ ਧਰਨੇ ਮਾਰ ਲਓ। ਕੀ ਹੋ ਜੂ? ਕਰੋਨਾ 'ਚ 1 ਮਹੀਨੇ ਤੋਂ ਉੱਤੇ ਆਪਾਂ ਲੋਕਡਾਊਨ ਰਿਹਾ, ਸਾਰੇ ਬੰਦ ਰਹੇ, ਕੀ ਹੋ ਗਿਆ? ਇਹ 2 ਦਿਨ ਕਿਸਾਨਾਂ ਖਾਤਰ ਆਪਾਂ ਸਭ ਕੁਝ ਬੰਦ ਕਰ ਲਾਂਗੇ ਤੇ ਫਿਰ ਕੀ ਹੋ ਜਾਊਗਾ ਜੀ? ਰੋਜ਼ ਦਾ ਇਹ ਮਕਾਓ ਕੰਮ, ਜਿਹੜਾ ਆਪਾਂ ਰੋਜ਼ ਦਾ ਇਹ ਲੰਬੀ ਕੰਮ ਨੂੰ ਖਿੱਚਿਆ, ਇਹਨੂੰ ਮੁਕਾ ਕੇ ਸ਼ਾਂਤਮਈ
ਸ਼ਾਂਤਮਈ, ਜਿਵੇਂ ਸਾਰੇ ਕਿਸਾਨ ਯੂਨੀਅਨ ਕਹਿ ਰਹੀਆਂ ਵੀ ਕਿਸੇ ਨੇ ਵੀ ਕੋਈ ਵੀ ਗਰਮੀ ਨਹੀਂ ਦਿਖਾਉਣੀ, ਡੈਮੋਕ੍ਰੈਟਿਕ ਤਰੀਕੇ ਨਾਲ। ਇਹ ਕੋਈ ਫਰਕ ਨਹੀਂ, ਸਾਡਾ ਨੁਕਸਾਨ ਤਾਂ ਟ੍ਰੇਨਾਂ ਤੁਸੀਂ ਨਾ ਚਲਾ ਕੇ ਕੀਤਾ ਹੀ ਹੋਇਆ, ਬਹਾਨਾ ਲਾ ਕੇ। ਕਰੋਨਾ ਕਰਕੇ ਤੁਹਾਡੀਆਂ ਪਹਿਲਾਂ ਹੀ ਸ਼ਤਾਬਦੀਆਂ, ਜਨ ਸ਼ਤਾਬਦੀਆਂ ਕਿਹੜੀਆਂ ਚੱਲ ਰਹੀਆਂ ਸੀ ਬਈ, ਜਾਂ ਚੰਡੀਗੜ੍ਹ ਨੂੰ ਜਾਂ ਹੋਰ ਕਿਤੇ ਨੂੰ ਚੱਲ ਰਹੀਆਂ ਏ। ਤੁਸੀਂ ਜਾਣ ਕੇ ਸਾਨੂੰ ਇਹ ਬਹਾਨਾ ਲਾ ਰਹੇ ਹੋ ਵੀ ਪਹਿਲਾਂ ਦੂਜੀਆਂ ਟ੍ਰੇਨਾਂ ਚਲਾ ਕੇ ਤਾਂ ਅਸੀਂ ਤੁਹਾਡੀਆਂ ਜਿਹੜੀਆਂ ਇਹ ਗੁੱਡਸ ਟ੍ਰੇਨ ਚਲਾਵਾਂਗੇ, ਮਾਲ ਭਾੜਾ ਗੱਡੀਆਂ ਚਲਾਵਾਂਗੇ। ਉਹ ਬਹਾਨਾ ਤੁਹਾਡਾ ਪਿਊਸ਼ ਗੋਇਲ ਜੀ। ਪਹਿਲਾਂ ਨਾ ਚੱਲੀਆਂ ਸੀ ਕਰੋਨਾ 'ਚ, ਨਾ ਹੁਣ ਚੱਲਣੀਆਂ ਏ, ਪਰ ਰੋਕ ਲਓ, ਕੋਈ ਗੱਲ ਨਹੀਂ। ਅਸੀਂ ਜਦੋਂ ਹੁਣ ਜੰਮੂ ਕਸ਼ਮੀਰ ਸਾਰਾ ਰੋਕਾਂਗੇ, ਹਿਮਾਚਲ ਸਾਰਾ ਰੋਕਾਂਗੇ, ਲੇਹ ਲਦਾਖ ਰੋਕਾਂਗੇ, ਅਸੀਂ ਤਾਂ ਚਲੋ ਬਰਬਾਦ ਜਿਹੜਾ ਤੁਸੀਂ ਕਰਨਾ ਹੀ ਕਰਨਾ, ਪਰ ਬਾਕੀਆਂ ਨੂੰ ਵੀ ਲੈ ਕੇ ਨਾਲ ਜਾਵਾਂਗੇ। ਇਸ ਕਰਕੇ ਉੱਠ ਖੜੋ, ਜਾਗ ਪੋ। 26-27 ਦੀ ਇਹ ਲੜਾਈ, ਜਿਵੇਂ ਤੀਰਥ ਯਾਤਰਾ ਤੇ ਜਾਂਦੇ ਹੋ ਤੁਸੀਂ, ਆਪਣੇ ਗੁਰਦੁਆਰਿਆਂ ਨੂੰ ਜਾਂਦੇ ਹੋ ਜੱਥੇ ਬਣਾ ਕੇ, ਛੈਣੇ ਢੋਲਕੀਆਂ ਚਿਮਟੇ ਲੈ ਕੇ, ਮਾਤਾ ਦੇ ਜਾਂਦੇ ਹੋ ਤੀਰਥ ਯਾਤਰਾ ਤੇ, ਉਸ ਤਰੀਕੇ ਨਾਲ ਜੱਥੇ ਬਣਾ ਕੇ, ਇਹ ਪੁੰਨ ਦਾ ਕੰਮ ਹੈ, ਅੰਨਦਾਤੇ ਖਾਤਰ ਜਾਣਾ। ਇਹ ਆਪਣੇ ਆਪਣੇ ਪ੍ਰੋਗਰਾਮ ਸਾਰੇ NGO ਆ, ਸਾਰੀਆਂ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿੰਨੀਆਂ ਨੇ, ਮੰਦਰ ਕਮੇਟੀਆਂ ਏ, ਮਸਜਿਦ ਕਮੇਟੀਆਂ ਏ, ਹੋਰ ਜਿਹੜੇ ਲੋਕ ਨੇ, ਉਹ ਸਾਰੇ ਉੱਠ ਕੇ ਤੁਰ ਪੋ 26-27 ਨੂੰ। ਇਹਨਾਂ ਦੀ ਇੱਟ ਨਾ ਇੱਟ ਵਜਾ ਦਿਓ, ਪਤਾ ਲੱਗ ਜੇ ਵੀ ਅਸੀਂ ਜੰਮੂ ਕਸ਼ਮੀਰ ਜਾਂ ਨਾਰਥ ਈਸਟ ਸਟੇਟਾਂ ਨਹੀਂ ਗੀਆਂ, ਸਾਨੂੰ ਦਬ ਲਓਗੇ। ਸਾਡੀ ਆਵਾਜ਼ ਤੁਸੀਂ ਨਹੀਂ ਦਬਾ ਸਕਦੇ, ਤੇ ਕੰਧਾਂ ਹਿਲਾ ਦਿਓ, ਤੇ ਅਸੀਂ ਜਿੱਥੇ ਕਹੋਗੇ ਤੁਹਾਨੂੰ ਉੱਥੇ ਮਿਲਾਂਗੇ। ਜੋ ਡਿਊਟੀ ਸਾਡੀ ਲਾਉਣੀਆਂ ਲਾ ਦਿਓ, ਜੇ ਨਹੀਂ ਵੀ ਲਾਉਂਗੇ ਅਸੀਂ ਅਕਾਲੀ ਲਾਈਨ 'ਚ ਤਾਂ ਦੋਨੋਂ ਦਿਨ ਤੁਹਾਡੇ ਨਾਲ ਬੈਠਾਂਗੇ।